ਰਮਾ ਇੱਥੇ ਤੇ ਯੂਪੀ ਵਿੱਚ ਕਰਾਂ ਗੱਲਾਂ। ਰਮਾ ਇੱਥੇ ਤੇ ਯੂਪੀ ਵਿੱਚ ਕਰਾਂ ਗੱਲਾਂ। ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ। ਮੈਂ ਪੰਜਾਬੀ ਪੰਜਾਬ ਦਾ ਸ਼ਰਫ ਸੇਵਕ, ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਮੈਂ ਪੰਜਾਬੀ ਪੰਜਾਬ ਦਾ ਸ਼ਰਫ ਸੇਵਕ, ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਪਿਆਰੇ ਵਿਦਿਆਰਥੀਓ, ਪਿਆਰ ਭਰੀ ਸਤਿ ਸ੍ਰੀ ਅਕਾਲ। ਇਹ ਜੋ ਸਤਰਾਂ ਮੈਂ ਤੁਹਾਡੇ ਨਾਲ ਗਾ ਕੇ ਸਾਂਝੀਆਂ ਕਰ ਰਿਹਾ ਸਾਂ, ਇਹ ਸਾਡੇ ਬਹੁਤ ਹੀ ਪੰਜਾਬੀ ਦੇ ਪ੍ਰਸਿੱਧ ਤੇ ਪਿਆਰੇ ਕਵੀ ਸ਼੍ਰੀ ਫਿਰੋਜ਼ਦੀਨ ਸ਼ਰਫ ਜੀ ਦੀਆਂ ਲਿਖੀਆਂ ਹੋਈਆਂ ਨੇ, ਜਿਨ੍ਹਾਂ ਨੇ ਮਾਂ ਬੋਲੀ ਦੇ ਲਈ ਬਹੁਤ ਰਚਨਾਵਾਂ ਰਚੀਆਂ ਨੇ। ਬਹੁਤ ਕੁਝ ਉਹਨਾਂ ਨੇ ਲਿਖਿਆ, ਜਿਨ੍ਹਾਂ ਦੀਆਂ ਪਿਆਰੀਆਂ ਪਿਆਰੀਆਂ ਰਚਨਾਵਾਂ ਸਾਡੀ ਪੰਜਾਬੀ ਦੀ ਪਾਠ ਪੁਸਤਕ ਸਾਹਿਤਮਾਲਾ, ਜੋ ਕਿ 9ਵੀਂ ਕਲਾਸ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਗਾਈ ਗਈ ਹੈ, ਉਸ ਦੇ ਵਿੱਚ ਉਹਨਾਂ ਦੀਆਂ ਰਚਨਾਵਾਂ ਸ਼ਾਮਲ ਨੇ। ਅੱਜ ਆਪਾਂ ਉਹਨਾਂ ਦੀਆਂ ਰਚਨਾਵਾਂ ਬਾਰੇ ਪੜ੍ਹਾਂਗੇ, ਉਹਨਾਂ ਦੀਆਂ ਰਚਨਾਵਾਂ ਬਾਰੇ ਜਾਣਾਂਗੇ। ਰਚਨਾਵਾਂ ਤੋਂ ਪਹਿਲਾਂ ਆਪਾਂ ਉਹਨਾਂ ਦੇ ਜੀਵਨ ਬਾਰੇ ਥੋੜੀ ਬਹੁਤੀ ਗੱਲ ਕਰਾਂਗੇ, ਕਿਉਂਕਿ ਸਾਨੂੰ ਪ੍ਰੀਖਿਆ ਦੇ ਵਿੱਚ, ਪੇਪਰਾਂ ਦੇ ਵਿੱਚ ਉਹਨਾਂ ਦੇ ਜੀਵਨ ਵਿੱਚੋਂ ਜਾਂ ਉਹਨਾਂ ਦੀਆਂ ਰਚਨਾਵਾਂ ਵਿੱਚੋਂ ਕੋਈ ਵੀ ਪ੍ਰਸ਼ਨ ਆ ਸਕਦਾ ਹੈ। ਅਸੀਂ ਇਸ ਗੱਲ ਨੂੰ ਵੀ ਧਿਆਨ ਵਿੱਚ ਰੱਖਣਾ ਹੈ ਤੇ ਨਾਲ ਨਾਲ ਅਸੀਂ ਜਿੱਥੇ ਉਹਨਾਂ ਦੀਆਂ ਖੂਬਸੂਰਤ ਕਵਿਤਾਵਾਂ ਦਾ ਆਨੰਦ ਮਾਣਾਂਗੇ, ਉੱਥੇ ਇਸ ਦੇ ਨਾਲ ਹੀ ਜਿਹੜੀਆਂ ਕਵਿਤਾਵਾਂ ਦੇ ਵਿੱਚ ਜ਼ਰੂਰੀ ਗੱਲਾਂ ਨੇ, ਕੁਝ ਖਾਸ ਗੱਲਾਂ ਨੇ, ਉਹਨਾਂ ਨੂੰ ਆਪਾਂ ਨਾਲ ਦੀ ਨਾਲ ਆਪਣੀ ਕਾਪੀ ਤੇ ਨੋਟ ਕਰਦੇ ਜਾਣਾ। ਇਸ ਕਰਕੇ ਆਪਾਂ ਕਾਪੀ ਤੇ ਪੈਨ ਆਪਣੇ ਕੋਲ ਸਾਰੇ ਵਿਦਿਆਰਥੀਆਂ ਨੇ ਰੱਖ ਲੈਣੇ ਨੇ। ਆਪਾਂ ਪਹਿਲਾਂ ਸ਼੍ਰੀ ਫਿਰੋਜ਼ਦੀਨ ਸ਼ਰਫ ਜੀ ਦੇ ਜੀਵਨ ਬਾਰੇ ਗੱਲਬਾਤ ਕਰਦੇ ਹਾਂ, ਉਸ ਤੋਂ ਬਾਅਦ ਆਪਾਂ ਉਹਨਾਂ ਦੀਆਂ ਰਚਨਾਵਾਂ ਨੂੰ ਪੜ੍ਹਾਂਗੇ। ਸੋ ਪਿਆਰੇ ਵਿਦਿਆਰਥੀਓ, ਜੇ ਆਪਾਂ ਫਿਰੋਜ਼ਦੀਨ ਸ਼ਰਫ ਜੀ ਦੇ ਜੀਵਨ ਬਾਰੇ ਗੱਲ ਕਰੀਏ, ਉਹਨਾਂ ਦਾ ਜੀਵਨ ਕਾਲ 1898 ਤੋਂ 1955 ਈਸਵੀ ਤੱਕ ਦਾ ਹੈ। ਫਿਰੋਜ਼ਦੀਨ ਸ਼ਰਫ ਜੀ ਦਾ ਜਨਮ ਰਾਜਾ ਸੰਸੀ, ਜ਼ਿਲ੍ਹਾ ਅੰਮ੍ਰਿਤਸਰ ਦੇ ਨੇੜੇ ਪਿੰਡ ਤੋਲਾ ਨੰਗਲ ਵਿੱਚ ਖਾਨ ਬੀਰੂ ਖਾਨ ਦੇ ਘਰ ਹੋਇਆ। ਆਪ ਦਾ ਬਚਪਨ ਪਿੰਡ ਵਿੱਚ ਗੁਜ਼ਰਿਆ। ਪਿਤਾ ਦਾ ਦੇਹਾਂਤ ਹੋ ਜਾਣ ਕਾਰਨ ਆਪ ਨੂੰ ਆਪਣੀ ਪੜ੍ਹਾਈ ਵਿੱਚੇ ਛੱਡਣੀ ਪਈ, ਪਰ ਆਪ ਦਾ ਕਵਿਤਾ ਸੁਣਨ ਅਤੇ ਪੜ੍ਹਨ ਦਾ ਸ਼ੌਂਕ ਜਾਰੀ ਰਿਹਾ। 14-15 ਸਾਲਾਂ ਦੀ ਉਮਰ ਵਿੱਚ ਹੀ ਆਪ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। ਆਪ ਨੂੰ ਪੰਜਾਬੀ ਨਾਲ ਬਹੁਤ ਪਿਆਰ ਸੀ, ਜੋ ਆਪ ਦੀਆਂ ਇਸ ਵਿਸ਼ੇ ਤੇ ਲਿਖੀਆਂ ਕਵਿਤਾਵਾਂ ਤੋਂ ਭਲੀ ਭਾਂਤ ਸਪਸ਼ਟ ਹੈ। ਆਪ ਦੀਆਂ ਲਗਭਗ 31 ਪੁਸਤਕਾਂ ਮਿਲਦੀਆਂ ਹਨ, ਜਿਨ੍ਹਾਂ ਵਿੱਚ ਸ਼ਰਫ ਸੁਨੇਹੇ, ਸ਼ਰਫ ਦੇ ਗੀਤ, ਹੀਰ ਸਿਆਲ, ਨਾਟਕ ਆਦਿ ਵਿਸ਼ੇਸ਼ ਤੌਰ ਤੇ ਵਰਣਨਯੋਗ ਹਨ। ਹੁਣ ਆਪਾਂ ਪਹਿਲਾਂ ਫਿਰੋਜ਼ਦੀਨ ਸ਼ਰਫ ਜੀ ਦੀ ਰਚਨਾ ਹੈ ਮੈਂ ਪੰਜਾਬੀ, ਪਹਿਲਾਂ ਆਪਾਂ ਉਹ ਪੜਾਂਗੇ। ਉਸ ਤੋਂ ਬਾਅਦ ਇਹਨਾਂ ਦੀ ਆਪਾਂ ਪ੍ਰਸੰਗ ਵਿਆਖਿਆ ਵੀ ਕਰਨੀ ਹੈ। ਸੋ ਪਹਿਲਾਂ ਆਪਾਂ ਉਹਨਾਂ ਦੀ ਲਿਖੀ ਹੋਈ ਖੂਬਸੂਰਤ ਰਚਨਾ ਪੜ੍ਹਦੇ ਹਾਂ, ਮੈਂ ਪੰਜਾਬੀ। ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ, ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ। ਸਮਝਾਂ ਫਾਰਸੀ ਉਰਦੂ ਵੀ ਖੂਬ ਬੋਲਾਂ, ਥੋੜੀ ਬਹੁਤੀ ਅੰਗਰੇਜ਼ੀ ਵੀ ਅੰਗ ਦਾ ਹਾਂ। ਬੋਲੀ ਆਪਣੀ ਨਾਲ ਪਿਆਰ ਰੱਖਾਂ, ਇਹ ਗੱਲ ਆਖਣੋਂ ਕਦੇ ਨਾ ਸੰਗਦਾ ਹਾਂ। ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਮੈਂ, ਟੁਕੜਾ ਕਿਸੇ ਪੰਜਾਬਣ ਦੀ ਵੰਗਦਾ ਹਾਂ। ਮੇਰੇ ਮਾਣ ਪੰਜਾਬੀ ਨੂੰ ਦੇਸ ਅੰਦਰ, ਆਸ਼ਿਕ ਮੁੱਢੋਂ ਮੈਂ ਇਸ ਉਮੰਗਦਾ ਹਾਂ। ਵਾਰਿਸ ਸ਼ਾਹ ਤੇ ਬੁੱਲੇ ਦੇ ਰੰਗ ਅੰਦਰ, ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ। ਰਮਾ ਇੱਥੇ ਤੇ ਯੂਪੀ ਵਿੱਚ ਕਰਾਂ ਗੱਲਾਂ, ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ। ਮੈਂ ਪੰਜਾਬੀ ਪੰਜਾਬ ਦਾ ਸ਼ਰਫ ਸੇਵਕ, ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ।
ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਪਿਆਰੇ ਵਿਦਿਆਰਥੀਓ, ਫਿਰੋਜ਼ਦੀਨ ਸ਼ਰਫ ਜੀ ਦੀ ਲਿਖੀ ਹੋਈ ਖੂਬਸੂਰਤ ਇਹ ਰਚਨਾ ਜਿਹੜੀ ਕਿ ਸਾਡੇ 9ਵੀਂ ਦੇ ਸਿਲੇਬਸ ਦੇ ਵਿੱਚ ਸ਼ਾਮਲ ਹੈ, ਇਸ ਨੂੰ ਪੜ੍ਹਨ ਤੋਂ ਬਾਅਦ ਸਾਨੂੰ ਅਹਿਸਾਸ ਹੁੰਦਾ ਹੈ ਕਿ ਉਹਨਾਂ ਦਾ ਪੰਜਾਬੀ ਲਈ, ਪੰਜਾਬੀ ਮਾਂ ਬੋਲੀ ਲਈ ਕਿੰਨਾ ਪਿਆਰ ਸੀ। ਪੰਜਾਬੀ ਮਾਂ ਬੋਲੀ ਦੀ ਖੈਰ ਹਮੇਸ਼ਾ ਹੀ ਉਹ ਮੰਗਦੇ ਰਹੇ ਨੇ। ਪੰਜਾਬੀ ਮਾਂ ਬੋਲੀ ਦਾ ਸਥਾਨ ਸਾਰੀ ਦੁਨੀਆ ਦੇ ਵਿੱਚ ਵੱਖਰਾ ਹੋਵੇ, ਉੱਚਾ ਹੋਵੇ, ਇਸ ਦੇ ਲਈ ਉਹ ਹਮੇਸ਼ਾ ਹੀ ਹੋਕਾ ਦਿੰਦੇ ਰਹੇ ਨੇ। ਅੱਜ ਵੀ ਜਦੋਂ ਮਾਂ ਬੋਲੀ ਪੰਜਾਬੀ ਦੀ ਕਿਤੇ ਵੀ ਗੱਲ ਹੁੰਦੀ ਹੈ ਤਾਂ ਉਹਨਾਂ ਦੀਆਂ ਇਹ ਰਚਨਾਵਾਂ ਹਮੇਸ਼ਾ ਪੜ੍ਹੀਆਂ ਜਾਂਦੀਆਂ ਨੇ। ਕੋਈ ਵੀ ਸਾਹਿਤਕ ਸਮਾਗਮ ਹੋਵੇ, ਚਾਹੇ ਸਕੂਲ ਦਾ ਸਮਾਗਮ ਹੋਵੇ, ਜਿੱਥੇ ਮਾਂ ਬੋਲੀ ਪੰਜਾਬੀ ਦੀ ਗੱਲ ਹੋਵੇ, ਉੱਥੇ ਫਿਰੋਜ਼ਦੀਨ ਸ਼ਰਫ ਜੀ ਦੀ ਗੱਲ ਹਮੇਸ਼ਾ ਹੀ ਹੁੰਦੀ ਹੈ ਤੇ ਹਮੇਸ਼ਾ ਹੀ ਹੁੰਦੀ ਰਹੇਗੀ, ਕਿਉਂਕਿ ਉਹਨਾਂ ਨੇ ਪੰਜਾਬੀ ਮਾਂ ਬੋਲੀ ਦਾ ਮਾਣ, ਪੰਜਾਬੀ ਮਾਂ ਬੋਲੀ ਦਾ ਸਿਰ ਹੋਰ ਉੱਚਾ ਚੁੱਕਣ ਦੇ ਲਈ ਉਹਨਾਂ ਨੇ ਬਹੁਤ ਖੂਬਸੂਰਤ ਰਚਨਾਵਾਂ ਲਿਖੀਆਂ ਨੇ। ਸੋ ਆਪਾਂ ਜਿਵੇਂ ਕਿ ਪਹਿਲਾਂ ਗੱਲ ਕੀਤੀ ਸੀ ਕਿ ਅਸੀਂ ਜਿੱਥੇ ਕਵਿਤਾ ਦੇ ਭਾਵ ਅਰਥ ਸਮਝਣੇ ਨੇ, ਕਵਿਤਾ ਦੇ ਵਿੱਚ ਕਵੀ ਸਾਨੂੰ ਕਹਿਣਾ ਕੀ ਚਾਹੁੰਦਾ ਹੈ, ਉਸ ਦਾ ਸਾਰਾ ਕੁਝ ਅਸੀਂ ਸਮਝਣਾ ਹੈ। ਇਸ ਦੇ ਨਾਲ ਹੀ ਅਸੀਂ ਪ੍ਰੀਖਿਆ ਦੇ ਵਿੱਚ ਪਹਿਲਾਂ ਪ੍ਰਸੰਗ ਲਿਖਣਾ ਹੈ, ਫਿਰ ਇਹਨਾਂ ਸ਼ਬਦਾਂ ਦੀ ਅਸੀਂ ਵਿਆਖਿਆ ਕਰਨੀ ਹੈ, ਇਹਨਾਂ ਕਵਿਤਾਵਾਂ ਦੀ ਅਸੀਂ ਵਿਆਖਿਆ ਕਰਨੀ ਹੈ। ਮੈਂ ਪੰਜਾਬੀ, ਪੰਜਾਬ ਦੇ ਰਹਿਣ ਵਾਲਾ ਹਾਂ, ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ, ਸਮਝਾਂ ਫਾਰਸੀ ਉਰਦੂ ਵੀ ਖੂਬ ਬੋਲਾਂ, ਥੋੜੀ ਬਹੁਤੀ ਅੰਗਰੇਜ਼ੀ ਵੀ ਅੰਗਦਾ ਹਾਂ, ਬੋਲੀ ਆਪਣੀ ਨਾਲ ਪਿਆਰ ਰੱਖਾਂ, ਇਹ ਗੱਲ ਆਖਣੋਂ ਕਦੇ ਨਾ ਸੰਗਦਾ ਹਾਂ, ਮੋਤੀ ਕਿਸੇ ਸੁਹਾਗਣ ਦੀ ਨੱਥ ਦਾ, ਮੈਂ ਟੁਕੜਾ ਕਿਸੇ ਪੰਜਾਬਣ ਦੀ ਵੰਗਦਾ ਹਾਂ। ਅਸੀਂ ਇਸ ਕਵਿਤਾ ਦਾ ਪ੍ਰਸੰਗ ਪਿਆਰੇ ਵਿਦਿਆਰਥੀਓ ਇਸ ਤਰ੍ਹਾਂ ਲਿਖਾਂਗੇ। ਇਹ ਕਾਵਿ ਟੋਟਾ 9ਵੀਂ ਜਮਾਤ ਦੀ ਪੰਜਾਬੀ ਦੀ ਸਾਹਿਤਮਾਲਾ ਪੁਸਤਕ ਵਿੱਚ ਦਰਜ ਫਿਰੋਜ਼ਦੀਨ ਸ਼ਰਫ ਦੀ ਲਿਖੀ ਹੋਈ ਕਵਿਤਾ ਮੈਂ ਪੰਜਾਬੀ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਨੇ ਪੰਜਾਬ ਅਤੇ ਪੰਜਾਬੀ ਬੋਲੀ ਪ੍ਰਤੀ ਆਪਣੇ ਪਿਆਰ ਨੂੰ ਪ੍ਰਗਟ ਕੀਤਾ ਹੈ। ਅਸੀਂ ਇਸ ਕਵਿਤਾ ਦੀ ਵਿਆਖਿਆ ਇਸ ਤਰ੍ਹਾਂ ਕਰਾਂਗੇ। ਕਵੀ ਕਹਿੰਦਾ ਹੈ ਕਿ ਮੈਂ ਪੰਜਾਬੀ ਦਾ ਪੁੱਤਰ ਹਾਂ। ਕਵੀ ਕਹਿੰਦਾ ਹੈ ਕਿ ਮੈਂ ਪੰਜਾਬੀ ਹਾਂ ਕਿਉਂਕਿ ਮੈਂ ਪੰਜਾਬ ਦੇ ਰਹਿਣ ਵਾਲਾ ਹਾਂ। ਵੈਸੇ ਤਾਂ ਮੈਂ ਪਿੰਡ ਦੇ ਰਹਿਣ ਵਾਲਾ ਹਾਂ, ਪਰ ਮੇਰਾ ਰਹਿਣ ਸਹਿਣ ਸ਼ਹਿਰੀਏ ਢੰਗ ਦਾ ਹੈ। ਮੈਂ ਫਾਰਸੀ ਸਮਝ ਲੈਂਦਾ ਹਾਂ, ਉਰਦੂ ਭਾਸ਼ਾ ਵੀ ਚੰਗੀ ਤਰ੍ਹਾਂ ਬੋਲ ਲੈਂਦਾ ਹਾਂ, ਥੋੜੀ ਬਹੁਤੀ ਅੰਗਰੇਜ਼ੀ ਵੀ ਸਮਝ ਲੈਂਦਾ ਹਾਂ। ਇਸ ਦੇ ਬਾਵਜੂਦ ਉਹ ਇਹ ਗੱਲ ਕਹਿਣੋਂ ਕਦੇ ਵੀ ਨਹੀਂ ਸੰਗਦਾ ਕਿ ਮੈਨੂੰ ਆਪਣੀ ਮਾਂ ਬੋਲੀ ਪੰਜਾਬੀ ਦੇ ਨਾਲ ਬਹੁਤ ਪਿਆਰ ਹੈ। ਉਹ ਆਪਣੀ ਮਾਂ ਬੋਲੀ ਨਾਲ ਸਭ ਤੋਂ ਵੱਧ ਪਿਆਰ ਕਰਦਾ ਹੈ ਕਿਉਂਕਿ ਉਹ ਪੰਜਾਬੀ ਹੈ। ਪੰਜਾਬ ਦੀ ਕਿਸੇ ਸੁਹਾਗਣ ਦੀ ਨੱਥ ਦਾ ਮੋਤੀ ਅਤੇ ਵੰਗ ਦਾ ਟੁਕੜਾ ਸਮਝਦਾ ਹੈ। ਲੇਖਕ ਪੂਰੀ ਤਰ੍ਹਾਂ ਪੰਜਾਬ ਤੇ ਪੰਜਾਬੀ ਸੱਭਿਆਚਾਰ ਦੇ ਨਾਲ ਜੁੜਿਆ ਹੋਇਆ ਹੈ। ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ, ਆਸ਼ਕ ਮੁੱਢੋਂ ਮੈਂ ਇਸ ਉਮੰਗ ਦਾ ਹਾਂ, ਵਾਰਿਸ ਸ਼ਾਹ ਤੇ ਬੁੱਲੇ ਦੇ ਰੰਗ ਅੰਦਰ, ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ, ਰਮਾ ਇੱਥੇ ਤੇ ਯੂਪੀ ਚ ਕਰਾਂ ਗੱਲਾਂ, ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ, ਮੈਂ ਪੰਜਾਬੀ ਪੰਜਾਬ ਦਾ ਸ਼ਰਤ ਸੇਵਕ, ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ, ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਇਸ ਦਾ ਪ੍ਰਸੰਗ ਅਸੀਂ ਇਸ ਤਰ੍ਹਾਂ ਲਿਖਾਂਗੇ। ਇਹ ਕਾਵਿ ਟੋਟਾ 9ਵੀਂ ਜਮਾਤ ਦੀ ਪੰਜਾਬੀ ਦੀ ਸਾਹਿਤਮਾਲਾ ਪੁਸਤਕ ਵਿੱਚ ਦਰਜ ਫਿਰੋਜ਼ਦੀਨ ਸ਼ਰਫ ਜੀ ਦੀ ਲਿਖੀ ਹੋਈ ਕਵਿਤਾ ਮੈਂ ਪੰਜਾਬੀ ਵਿੱਚੋਂ ਲਿਆ ਗਿਆ ਹੈ। ਹੁਣ ਆਪਾਂ ਜੇ ਵਿਆਖਿਆ ਦੀ ਗੱਲ ਕਰੀਏ ਤਾਂ ਵਿਆਖਿਆ ਦੇ ਵਿੱਚ ਅਸੀਂ ਕਵੀ ਕੀ ਕਹਿਣਾ ਚਾਹੁੰਦਾ ਹੈ, ਉਸ ਦੇ ਭਾਵ ਅਰਥ ਉਸ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਅਸੀਂ ਦੱਸਣੇ ਹੁੰਦੇ ਹਨ, ਕਿਉਂਕਿ ਪਹਿਲਾਂ ਅਸੀਂ ਕਵਿਤਾ ਨੂੰ 2-3 ਵਾਰ ਜਦੋਂ ਪੜ੍ਹ ਲੈਂਦੇ ਹਾਂ ਤਾਂ ਸਾਨੂੰ ਭਲੀ ਭਾਂਤ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਕਵੀ ਕੀ ਕਹਿਣਾ ਚਾਹੁੰਦਾ ਹੈ। ਇਹਨਾਂ ਸ਼ਬਦਾਂ ਦੇ ਵਿੱਚ ਕਵੀ ਕਹਿੰਦਾ ਹੈ, ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ, ਆਸ਼ਕ ਮੁੱਢੋਂ ਮੈਂ ਇਸ ਉਮੰਗਦਾ ਹਾਂ। ਕਵੀ ਕਹਿੰਦਾ ਹੈ ਕਿ ਉਹ ਮੁੱਢ ਕਤੀਮ ਤੋਂ ਹੀ ਇਸ ਗੱਲ ਦਾ ਆਸ਼ਿਕ ਹੈ ਕਿ ਪੰਜਾਬੀ ਬੋਲੀ ਨੂੰ ਉਸ ਦੇ ਦੇਸ਼ ਵਿੱਚ ਪੂਰਾ ਮਾਣ ਸਤਿਕਾਰ ਮਿਲੇ। ਸਾਡੇ ਬਹੁਤ ਹੀ ਪ੍ਰਸਿੱਧ ਕਿੱਸਾਕਾਰ ਹੋਏ ਨੇ, ਵਾਰਿਸ ਸ਼ਾਹ ਤੇ ਬੁੱਲੇ ਦੇ ਰੰਗ ਅੰਦਰ, ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ। ਉਹ ਮਹਾਨ ਕਵੀਆਂ ਵਾਰਿਸ ਸ਼ਾਹ ਅਤੇ ਬੁੱਲੇ ਸ਼ਾਹ ਵਾਂਗ ਹੀ ਆਪਣੀ ਜ਼ਿੰਦਗੀ ਨੂੰ ਪੰਜਾਬ ਅਤੇ ਪੰਜਾਬੀਅਤ ਦੇ ਰੰਗ ਵਿੱਚ ਡੋਬ ਕੇ ਰੰਗਦਾ ਹੈ ਅਤੇ ਉਹਨਾਂ ਵਾਂਗ ਹੀ ਪੰਜਾਬੀ ਬੋਲੀ ਵਿੱਚ ਕਵਿਤਾ ਲਿਖਦਾ ਹੈ। ਉਹ ਅਜਿਹੀ ਅਕਲ ਨੂੰ ਲਾਹਨਤ ਪਾਉਂਦਾ ਹੈ ਜਿਹੜੀ ਉਸ ਨੂੰ ਇਹ ਸਿਖਾਵੇ ਕਿ ਪੰਜਾਬ ਵਿੱਚ ਰਹਿ ਕੇ ਆਪਣੀ ਬੋਲੀ ਪੰਜਾਬੀ ਵਿੱਚ ਗੱਲਾਂ ਕਰਨ ਵਿੱਚ ਆਪਣੀ ਨਲਾਇਕੀ ਸਮਝਦਾ ਹੋਇਆ ਯੂਪੀ ਦੀ ਬੋਲੀ ਹਿੰਦੀ ਵੱਲ ਗੱਲਾਂ ਕਰਦਾ ਹੋਵੇ ਅਤੇ ਉਸ ਨੂੰ ਆਪਣੀ ਬੋਲੀ ਦੱਸੇ। ਜੇ ਕੋਈ ਆਪਣੀ ਬੋਲੀ ਨੂੰ ਛੱਡ ਕੇ ਕਿਸੇ ਹੋਰ ਬੋਲੀ ਵਿੱਚ ਗੱਲ ਕਰਦਾ ਹੈ ਤਾਂ ਉਹ ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹੈ। ਉਹ ਪੰਜਾਬ ਵਿੱਚ ਰਹਿੰਦਾ ਹੋਇਆ ਜੇਕਰ ਕਿਸੇ ਹੋਰ ਬੋਲੀ ਦੇ ਵਿੱਚ ਗੱਲਾਂ ਕਰਦਾ ਹੈ ਤਾਂ ਉਹ ਕਹਿੰਦਾ ਹੈ ਕਿ ਮੈਂ ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ, ਆਪਣੇ ਆਪ ਨੂੰ ਲਾਹਨਤ ਪਾਉਂਦਾ ਹੈ ਕਿ ਮੈਂ ਪੰਜਾਬੀ ਹਾਂ, ਪੰਜਾਬ ਵਿੱਚ ਰਹਿ ਕੇ ਆਪਣੀ ਪੰਜਾਬੀ ਬੋਲੀ ਹੀ ਬੋਲਾਂਗਾ, ਪੰਜਾਬੀ ਦੇ ਵਿੱਚ ਹੀ ਆਪਣੇ ਮੈਂ ਹਾਵ ਭਾਵ ਪ੍ਰਗਟ ਕਰਾਂਗਾ।
ਮੈਂ ਪੰਜਾਬੀ ਦਾ ਸ਼ਰਫ ਸੇਵਕ ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਕਵੀ ਕਹਿੰਦਾ ਹੈ ਕਿ ਉਹ ਪੰਜਾਬੀ ਹੈ ਅਤੇ ਪੰਜਾਬੀ ਦਾ ਸੇਵਕ ਹੈ, ਉਹ ਹਮੇਸ਼ਾ ਹੀ ਆਪਣੀ ਮਾਂ ਬੋਲੀ ਪੰਜਾਬੀ ਦੀ ਖੈਰ ਮੰਗਦਾ ਰਹੇਗਾ। ਸੋ ਇਸ ਤਰ੍ਹਾਂ ਪਿਆਰੇ ਵਿਦਿਆਰਥੀਓ, ਕਵੀ ਆਪਣੀ ਮਾਂ ਬੋਲੀ ਪ੍ਰਤੀ ਕਿੰਨਾ ਪਿਆਰ, ਸਤਿਕਾਰ, ਮਾਣ ਪ੍ਰਗਟ ਕਰਦਾ ਹੈ ਇਸ ਰਚਨਾ ਦੇ ਵਿੱਚ। ਇਹ ਉਹਨਾਂ ਦੇ ਸ਼ਬਦਾਂ ਤੋਂ, ਉਹਨਾਂ ਦੀ ਇਸ ਰਚਨਾ ਤੋਂ ਅਸੀਂ ਭਲੀ ਭਾਂਤ ਜਾਣਦੇ ਹਾਂ। ਇਸ ਕਰਕੇ ਸਾਨੂੰ ਵੀ ਆਪਣੀ ਮਾਂ ਬੋਲੀ ਜਦੋਂ ਵੀ ਕਿਤੇ ਅਸੀਂ ਸਮਾਜ ਵਿੱਚ ਜਾਂ ਹੋਰ ਕਿਤੇ ਵੀ ਵਿਚਰਦੇ ਹਾਂ ਤਾਂ ਸਾਨੂੰ ਵੀ ਇਸ ਗੱਲ ਪ੍ਰਤੀ ਪੂਰੇ ਮਾਣ ਨਾਲ ਮਾਂ ਬੋਲੀ ਸਾਨੂੰ ਬੋਲਣੀ ਚਾਹੀਦੀ ਹੈ। ਸਾਨੂੰ ਬਿਲਕੁਲ ਵੀ ਆਪਣੇ ਮਨ ਦੇ ਵਿੱਚ ਝਿਜਕ ਰੱਖ ਕੇ ਕਈ ਵਾਰ ਅਸੀਂ ਦਿਖਾਵੇ ਦੇ ਤੌਰ ਤੇ ਕੋਈ ਹੋਰ ਬੋਲੀ ਬੋਲ ਕੇ ਆਪਣੇ ਆਪ ਨੂੰ ਵੱਡਾ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਸ ਤਰ੍ਹਾਂ ਦੀ ਕੋਈ ਵੀ ਗੱਲ ਸਾਡੇ ਮਨ ਦੇ ਵਿੱਚ ਨਹੀਂ ਹੋਣੀ ਚਾਹੀਦੀ। ਸਾਨੂੰ ਸਵੈ ਮਾਣ ਨਾਲ, ਬੜੇ ਹੀ ਮਾਣ ਨਾਲ ਆਪਣੀ ਮਾਂ ਬੋਲੀ ਦੇ ਵਿੱਚ ਆਪਣੀ ਜਿਹੜੀ ਗੱਲਬਾਤ ਆ ਉਹ ਕਰਨੀ ਚਾਹੀਦੀ ਹੈ। ਤੇ ਇਸ ਰਚਨਾ ਦੀ ਜੇ ਆਪਾਂ ਕੇਂਦਰੀ ਭਾਵ ਦੀ ਗੱਲ ਕਰੀਏ ਇਸ ਕਵਿਤਾ ਦੀ, ਤਾਂ ਪਿਆਰੇ ਵਿਦਿਆਰਥੀਓ ਅਸੀਂ ਇਸ ਤਰ੍ਹਾਂ ਲਿਖ ਸਕਦੇ ਹਾਂ। ਪੰਜਾਬ ਦਾ ਰਹਿਣ ਵਾਲਾ ਹੋਣ ਕਰਕੇ ਕਵੀ ਦਾ ਆਪਣੀ ਮਾਂ ਬੋਲੀ ਪੰਜਾਬੀ ਨਾਲ ਬਹੁਤ ਪਿਆਰ ਹੈ। ਉਹ ਹਮੇਸ਼ਾ ਇਹੋ ਚਾਹੁੰਦਾ ਹੈ ਕਿ ਪੰਜਾਬੀ ਬੋਲੀ ਨੂੰ ਆਪਣੇ ਦੇਸ਼ ਵਿੱਚ ਪੂਰਾ ਮਾਣ ਸਤਿਕਾਰ ਮਿਲੇ। ਉਹ ਹਮੇਸ਼ਾ ਪੰਜਾਬ ਅਤੇ ਆਪਣੀ ਮਾਂ ਬੋਲੀ ਪੰਜਾਬੀ ਦਾ ਸੇਵਕ ਬਣ ਕੇ ਰਹਿਣਾ ਚਾਹੁੰਦਾ ਹੈ। ਇਸ ਲਈ ਉਹ ਆਪਣੀ ਬੋਲੀ ਦੀ ਹਮੇਸ਼ਾ ਹੀ ਖੈਰ ਮੰਗਦਾ ਹੈ। ਪਿਆਰੇ ਵਿਦਿਆਰਥੀਓ, ਕੁਝ ਵਸਤੂਨਿਸ਼ਟ ਪ੍ਰਸ਼ਨ ਵੀ ਸਾਨੂੰ ਪੇਪਰ ਦੇ ਵਿੱਚ ਆਉਣੇ ਹੁੰਦੇ ਹਨ। ਆਪਾਂ ਉਹਨਾਂ ਪ੍ਰਸ਼ਨਾਂ ਦੀ ਗੱਲ ਕਰੀਏ। ਕੁਝ ਕੁ ਪ੍ਰਸ਼ਨ ਇਸ ਕਵਿਤਾ ਦੇ ਵਿੱਚੋਂ ਸਾਡੇ ਲਈ ਆ ਸਕਦੇ ਹਨ, ਜਿਵੇਂ ਮੈਂ ਪੰਜਾਬੀ ਕਵਿਤਾ ਕਿਸ ਦੀ ਰਚਨਾ ਹੈ? ਤਾਂ ਉੱਤਰ ਅਸੀਂ ਲਿਖਾਂਗੇ ਫਿਰੋਜ਼ਦੀਨ ਸ਼ਰਫ ਜੀ ਦੀ। ਮੈਂ ਪੰਜਾਬੀ ਕਵਿਤਾ ਵਿੱਚ ਲੇਖਕ ਕਿਸ ਚੀਜ਼ ਲਈ ਆਪਣਾ ਪਿਆਰ ਪ੍ਰਗਟ ਕਰਦਾ ਹੈ? ਪੰਜਾਬੀ ਬੋਲੀ ਲਈ। ਲੇਖਕ ਕਿਹੜੀ ਅਕਲ ਨੂੰ ਛਿੱਕੇ ਤੇ ਟੰਗਦਾ ਹੈ? ਜੇ ਮਾਂ ਬੋਲੀ ਨੂੰ ਵਿਸਾਰ ਦਵਾਂ, ਐਸੀ ਅਕਲ ਨੂੰ ਮੈਂ ਛਿੱਕੇ ਤੇ ਟੰਗਦਾ ਹਾਂ। ਇਹ ਗੱਲ ਲੇਖਕ ਨੇ ਆਪਣੀ ਕਵਿਤਾ ਦੇ ਵਿੱਚ ਲਿਖੀ ਹੈ। ਲੇਖਕ ਹੋਰ ਕਿਹੜੀ ਭਾਸ਼ਾ ਨੂੰ ਥੋੜਾ ਬਹੁਤਾ ਅੰਗਦਾ ਹੈ? ਅੰਗਰੇਜ਼ੀ ਭਾਸ਼ਾ ਨੂੰ ਵੀ ਲੇਖਕ ਨੇ ਲਿਖਿਆ ਹੈ, ਥੋੜੀ ਬਹੁਤੀ ਅੰਗਰੇਜ਼ੀ ਵੀ ਅੰਗਦਾ ਹਾਂ। ਲੇਖਕ ਦੀ ਦਿਲੀ ਇੱਛਾ ਕੀ ਹੈ? ਮਾਂ ਬੋਲੀ ਨੂੰ ਦੇਸ਼ ਦੇ ਅੰਦਰ ਮਾਣ, ਪਿਆਰ, ਸਤਿਕਾਰ ਮਿਲੇ। ਲੇਖਕ ਦੀ ਇਹੋ ਇੱਛਾ ਹੈ। ਸੋ ਪਿਆਰੇ ਵਿਦਿਆਰਥੀਓ, ਇਸ ਤਰ੍ਹਾਂ ਅਸੀਂ ਪ੍ਰਸੰਗ ਵਿਆਖਿਆ ਲਿਖਣੀ ਹੈ, ਇਸੇ ਤਰ੍ਹਾਂ ਹੀ ਅਸੀਂ ਕੇਂਦਰੀ ਭਾਵ ਲਿਖਣਾ ਹੈ ਤੇ ਛੋਟੇ ਪ੍ਰਸ਼ਨ ਵੀ ਅਸੀਂ ਨਾਲ ਦੀ ਨਾਲ ਯਾਦ ਕਰ ਲੈਣੇ ਹਨ। ਤੇ ਇਸ ਗੱਲ ਦਾ ਵੀ ਅਸੀਂ ਧਿਆਨ ਰੱਖਣਾ ਹੈ ਕਿ ਇਹ ਕਵਿਤਾ ਕੇਵਲ ਪ੍ਰੀਖਿਆ ਲਈ ਹੀ ਨਹੀਂ ਹੈ। ਕਵਿਤਾ ਸਾਡੇ ਸਾਰੀ ਜ਼ਿੰਦਗੀ ਸਾਡੇ ਨਾਲ ਤੁਰਨੀ ਹੈ ਤੇ ਕੇਵਲ ਇਹ ਪੰਜਾਬੀ ਮਾਂ ਬੋਲੀ ਦੀ ਗੱਲ ਹੀ ਨਹੀਂ ਕਰਦੀ। ਇਹ ਸਾਨੂੰ ਦੱਸਦੀ ਹੈ ਕਿ ਸਾਡੇ ਪੁਰਾਤਨ ਸਮੇਂ ਤੋਂ ਸਾਡੇ ਜਿਹੜੇ ਮਹਾਨ ਕਵੀ ਨੇ ਆਪਣੀ ਮਾਂ ਬੋਲੀ ਲਈ, ਆਪਣੀ ਮਾਂ ਬੋਲੀ ਨੂੰ ਲੈ ਕੇ ਕਿੰਨਾ ਵਧੀਆ ਉਹਨਾਂ ਨੇ ਲਿਖਿਆ ਤੇ ਕਿੰਨੀ ਵਧੀਆ ਉਹਨਾਂ ਨੇ ਆਵਾਜ਼ ਉਠਾਈ ਕਿ ਸਾਡੀ ਮਾਂ ਬੋਲੀ ਪੰਜਾਬੀ ਨੂੰ ਮਾਣ ਮਿਲਣਾ ਚਾਹੀਦਾ ਹੈ। ਉਹਨਾਂ ਦੀਆਂ ਕੋਸ਼ਿਸ਼ਾਂ ਕਰਕੇ ਹੀ, ਉਹਨਾਂ ਦੇ ਯਤਨਾਂ ਕਰਕੇ ਹੀ ਅੱਜ ਸਾਡੀ ਮਾਂ ਬੋਲੀ ਪੰਜਾਬੀ ਨੂੰ ਪੂਰਾ ਮਾਣ ਸਤਿਕਾਰ ਜੋ ਸਾਡੇ ਦੇਸ਼ ਦੇ ਵਿੱਚ ਉਹ ਮਿਲ ਰਿਹਾ ਹੈ। ਫਿਰੋਜ਼ਦੀਨ ਸ਼ਰਫ ਜੀ ਦੀ ਇੱਕ ਹੋਰ ਕਵਿਤਾ ਹੈ ਸਾਡੇ ਸਿਲੇਬਸ ਦੇ ਵਿੱਚ, ਮਾਂ ਦਾ ਦਿਲ। ਇਸ ਕਵਿਤਾ ਦੇ ਵਿੱਚ ਮਾਂ ਦਾ ਆਪਣੇ ਬੱਚੇ ਲਈ ਕਿੰਨਾ ਵੱਡਾ ਉਪਕਾਰ ਹੁੰਦਾ ਹੈ, ਮਾਂ ਆਪਣੇ ਬੱਚੇ ਲਈ ਕਿੰਨੀ ਕੁਰਬਾਨੀ ਕਰ ਸਕਦੀ ਹੈ, ਕਿੰਨਾ ਵੱਡਾ ਜਿਗਰਾ ਹੁੰਦਾ ਹੈ। ਮਾਂ ਆਪਣੇ ਬੱਚੇ ਲਈ ਭੁੱਖੀ ਰਹਿ ਸਕਦੀ ਹੈ। ਜਿਵੇਂ ਕਿ ਬਹੁਤ ਸਾਰੇ ਗੀਤ ਵੀ ਮਾਂ ਨੂੰ ਲੈ ਕੇ ਸਾਡੇ ਪੰਜਾਬੀ ਦੇ ਵਿੱਚ ਵੱਖ-ਵੱਖ ਗੀਤਕਾਰਾਂ ਨੇ, ਵੱਖ-ਵੱਖ ਗਾਇਕਾਂ ਨੇ ਗਾਏ ਨੇ। ਉਸੇ ਤਰ੍ਹਾਂ ਇੱਕ ਬਹੁਤ ਹੀ ਮਹਾਨ ਰਚਨਾ ਮਾਂ ਦਾ ਦਿਲ ਇੱਕ ਬੱਚੇ ਦੀ ਕਹਾਣੀ ਹੈ ਜਿਹੜਾ ਕਿਸੇ ਹੋਰ ਦੇ ਪਿੱਛੇ ਲੱਗ ਕੇ ਆਪਣੀ ਮਾਂ ਨੂੰ ਭੁੱਲ ਜਾਂਦਾ ਹੈ ਤੇ ਉਸ ਤੋਂ ਬਾਅਦ ਉਹ ਮਾਂ ਉਸ ਲਈ ਕੀ ਕੁਰਬਾਨੀ ਕਰਦੀ ਹੈ। ਜਦੋਂ ਤੁਸੀਂ ਇਹ ਸਾਰੀ ਕਵਿਤਾ ਪਿਆਰੇ ਵਿਦਿਆਰਥੀਓ ਪੜ੍ਹੋਗੇ ਤਾਂ ਇਹ ਸਾਰੀ ਕਵਿਤਾ ਤੁਹਾਡੇ ਸਮਝ ਆ ਜਾਵੇਗੀ ਕਿ ਮਾਂ ਦਾ ਜਿਗਰਾ ਕਿੱਡਾ ਹੁੰਦਾ ਹੈ, ਮਾਂ ਦਾ ਦਿਲ ਕਿੱਡਾ ਹੁੰਦਾ ਹੈ। ਆਪਾਂ ਇਹ ਕਵਿਤਾ ਪਹਿਲਾਂ ਪੜਾਂਗੇ, ਉਸ ਤੋਂ ਬਾਅਦ ਆਪਾਂ ਇਸ ਦੀ ਪ੍ਰਸੰਗ ਵਿਆਖਿਆ ਕਰਾਂਗੇ। ਮਾਂ ਦਾ ਦਿਲ। ਮਾਂ ਛਾਂ ਜ਼ਿੰਦਗੀ ਦੇ ਨਿੱਕੜੇ ਜਿਹੇ ਦਿਲ ਵਿੱਚ ਸੋਮਾ ਉਹ ਮੁਹੱਬਤਾਂ ਦਾ ਰੱਬ ਨੇ ਪਸਾਰਿਆ। ਅੱਜ ਤੀਕਣ ਜੀ ਦਾ ਕਿਸੇ ਥਾਂ ਤਲਾ ਨਹੀਂ ਲੱਭਾ। ਮਾਰ ਮਾਰ ਟੁੱਬੀਆਂ ਹੈ ਸਾਰਾ ਜਗ ਹਾਰਿਆ। ਮਾਰ ਮਾਰ ਟੁੱਬੀਆਂ ਹੈ ਸਾਰਾ ਜਗ ਹਾਰਿਆ। ਪਿਆਰੇ ਵਿਦਿਆਰਥੀਓ, ਆਪਾਂ ਇਸ ਕਵਿਤਾ ਦਾ ਪ੍ਰਸੰਗ ਇਸ ਤਰ੍ਹਾਂ ਲਿਖਾਂਗੇ। ਇਹ ਕਾਵਿ ਟੋਟਾ 9ਵੀਂ ਜਮਾਤ ਦੀ ਪੰਜਾਬੀ ਦੀ ਸਾਹਿਤਮਾਲਾ ਪੁਸਤਕ ਵਿੱਚ ਦਰਜ ਫਿਰੋਜ਼ਦੀਨ ਸ਼ਰਫ ਦੀ ਲਿਖੀ ਹੋਈ ਕਵਿਤਾ ਮਾਂ ਦਾ ਦਿਲ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਨੇ ਮਾਂ ਦੇ ਪਿਆਰ ਦੀ ਗਹਿਰਾਈ ਦੀ ਤਸਵੀਰ ਨੂੰ ਸ਼ਬਦਾਂ ਵਿੱਚ ਪਰੋ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਪਿਆਰੇ ਵਿਦਿਆਰਥੀਓ, ਜਿਸ ਤਰ੍ਹਾਂ ਕਿ ਕਵੀ ਕਹਿੰਦਾ ਹੈ ਕਿ ਮਾਂ ਪੁੱਤਰ ਨੂੰ ਪਿਆਰ ਦੀ ਛਾਂ ਤੇ ਨਿੱਘ ਦੇਣ ਵਾਲੀ ਹੁੰਦੀ ਹੈ, ਉਸ ਦੇ ਨਿੱਕੇ ਜਿਹੇ ਦਿਲ ਵਿੱਚ ਰੱਬ ਨੇ ਮੁਹੱਬਤਾਂ ਦਾ ਵਿਸ਼ਾਲ ਸੋਮਾ ਉਸਾਰਿਆ ਹੋਇਆ ਹੈ। ਅੱਜ ਤੀਕ ਮਾਂ ਦੀ ਮਮਤਾ ਦੀ ਗਹਿਰਾਈ ਨੂੰ ਕੋਈ ਨਾਪ ਨਹੀਂ ਸਕਿਆ। ਹਰ ਕੋਈ ਇਸ ਵਿੱਚ ਟੁੱਬੀਆਂ ਲਾ ਲਾ ਕੇ ਥੱਕ ਗਿਆ ਹੈ। ਵੱਡੇ ਵੱਡੇ ਸ਼ਾਇਰਾਂ ਲਿਖਾਰੀਆਂ ਨੇ ਜ਼ੋਰ ਲਾ ਕੇ ਮਾਂ ਦੇ ਪਿਆਰ ਵਾਲਾ ਫੋਟੋ ਹੈ ਉਤਾਰਿਆ। ਮੈਂ ਵੀ ਤਸਵੀਰ ਇੱਕ ਨਿੱਕੀ ਜਿਹੀ ਵਿਖਾਲਣਾ ਹਾਂ ਸ਼ਾਇਰੀ ਦੇ ਰੰਗ ਨਾਲ।
ਜਿਸ ਨੂੰ ਮੈਂ ਸਵਾਰਿਆ। ਵੱਡੇ ਵੱਡੇ ਕਵੀਆਂ ਅਤੇ ਲਿਖਾਰੀਆਂ ਨੇ ਆਪਣੀ ਕਲਮ ਨਾਲ ਮਾਂ ਦੀ ਮਮਤਾ ਅਤੇ ਪਿਆਰ ਦੀ ਤਸਵੀਰ ਨੂੰ ਬਣਾਉਣ ਦੇ ਯਤਨ ਕੀਤੇ ਹਨ। ਲੇਖਕ ਵੀ ਮਾਂ ਦੇ ਪਿਆਰ ਦੀ ਨਿੱਕੀ ਜਿਹੀ ਤਸਵੀਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਨੂੰ ਉਸਨੇ ਸ਼ਾਇਰੀ ਦੇ ਰੰਗ ਵਿੱਚ ਸ਼ਿੰਗਾਰਿਆ ਹੈ। ਸਹਿਕ ਸਹਿਕ ਪੁੱਤ ਲੱਭਾ, ਇੱਕ ਮਾਂ ਤੱਤੜੀ ਨੂੰ ਲੱਖ ਲੱਖ ਸ਼ੁਕਰ ਉਹਨੇ ਰੱਬ ਦਾ ਗੁਜ਼ਾਰਿਆ। ਜਦੋਂ ਬਹੁਤ ਅਰਦਾਸਾਂ ਕਰੀਆਂ ਮਾਂ ਨੇ ਤਾਂ ਰੱਬ ਨੇ ਉਸ ਨੂੰ ਇੱਕ ਪੁੱਤਰ ਦਿੱਤਾ, ਇੱਕ ਬੱਚਾ ਦਿੱਤਾ। ਤੇ ਫਿਰ ਉਹ ਮਾਂ ਜਿਹੜੀ ਰੱਬ ਦਾ ਸ਼ੁਕਰਾਨਾ ਕਰਦੀ ਆ, ਸ਼ੁਕਰਗੁਜ਼ਾਰ ਹੁੰਦੀ ਆ। ਹੁੰਦੇ ਤਾਣ ਪੁੱਤ ਨੂੰ ਨਾ ਬਾਹ ਤੱਤੀ ਪਾਉਣ ਦਿੰਦੀ, ਦੁੱਖ ਵੇਲੇ ਉਹਨੇ ਹਿੱਕ ਆਪਣੀ ਨੂੰ ਠਾਰਿਆ। ਮਾਂ ਲੱਗਦੀ ਬਾਹ ਕਿਸੇ ਵੀ ਆਪਣੇ ਬੱਚੇ ਨੂੰ ਤੱਤੀ ਬਾਹ ਨਹੀਂ ਲੱਗਣ ਦਿੰਦੀ। ਸੋ ਮਾਂ ਨੇ ਆਪਣੇ ਪੁੱਤ ਲਈ ਜੋ ਵੀ ਕੀਤਾ ਜਾ ਸਕਦਾ ਸੀ ਉਹ ਉਸ ਤਰ੍ਹਾਂ ਹੀ ਕਰਿਆ। ਦਿਨਾਂ ਦੇ ਮਹੀਨੇ ਤੇ ਮਹੀਨਿਆਂ ਦੇ ਵਰੇ ਬੀਤੇ, ਬੈਠਾ ਫਿਰ ਰੇੜਿਆ ਤੁਰਾਇਆ ਤੇ ਖਿਲਾਰਿਆ। ਸਾਡੇ ਜ਼ਿੰਦਗੀ ਦੇ ਜਦੋਂ ਅਸੀਂ ਪਹਿਲਾਂ ਛੋਟੇ ਹੁੰਦੇ ਆ, ਫਿਰ ਬੱਚਾ ਰੁੜਦਾ ਹੈ, ਫਿਰ ਤੁਰਨਾ ਸਿੱਖਦਾ ਹੈ। ਮਾਂ ਨੇ ਉਸੇ ਤਰ੍ਹਾਂ ਹੀ ਉਸ ਬੱਚੇ ਨੂੰ ਚਾਵਾਂ ਦੇ ਨਾਲ ਪਾਲਿਆ, ਫਿਰ ਉਸ ਨੂੰ ਰੁੜਨਾ ਸਿਖਾਇਆ ਤੇ ਫਿਰ ਉਸ ਨੂੰ ਉਂਗਲ ਫੜ ਕੇ ਤੁਰਨਾ ਸਿਖਾਇਆ। ਦੇ ਦੇ ਬਾਹਰ ਲੋਰੀਆਂ ਮੁਹੱਬਤਾਂ ਅਸੀਸਾਂ ਵਾਲੇ, ਮਾਂ ਨੇ ਮਨਾਰਾ ਖੁਸ਼ੀ ਆਸ ਦਾ ਉਸਾਰਿਆ। ਮਾਵਾਂ ਨੂੰ ਬਹੁਤ ਆਸਾਂ ਹੁੰਦੀਆਂ ਨੇ, ਉਮੀਦਾਂ ਹੁੰਦੀਆਂ ਨੇ, ਖੁਸ਼ੀਆਂ ਹੁੰਦੀਆਂ ਨੇ। ਇਸੇ ਕਰਕੇ ਮਾਵਾਂ ਬੱਚੇ ਨੂੰ ਲੋਰੀਆਂ ਪਿਆਰ ਅਸੀਸਾਂ ਦਿੰਦੀਆਂ ਨੇ। ਫੁੱਟ ਪਈ ਅੰਗੂਰੀ ਕੱਕੀ ਗੋਰੇ ਗੋਰੇ ਮੁਖੜੇ ਤੇ, ਜਦੋਂ ਬੱਚਾ ਜਵਾਨ ਹੋ ਗਿਆ ਉਸਦੇ ਮੁਖੜੇ ਤੇ ਛੋਟੇ ਛੋਟੇ ਵਾਲ ਆਉਣ ਲੱਗ ਗਏ। ਫੁੱਲਾਂ ਵਾਂਗੂ ਆਣ ਕੇ ਜਵਾਨੀ ਨੇ ਸ਼ਿੰਗਾਰਿਆ। ਜਦੋਂ ਉਸ ਤੇ ਜਵਾਨੀ ਆ ਜਾਂਦੀ ਆ ਫਿਰ ਉਹ ਆਪਣੇ ਆਪ ਨੂੰ ਸ਼ਿੰਗਾਰਦਾ, ਆਪਣੇ ਆਪ ਨੂੰ ਸੰਵਾਰਦਾ। ਸਦਰਾਂ ਮਰਾਦਾਂ ਵਾਲੇ ਦਿਨ ਜਦੋਂ ਨੇੜੇ ਢੁੱਕੇ, ਹੋਣੀ ਹੁਰਾਂ ਆਣ ਉਦੋਂ ਚੀਣਾ ਇਹ ਖਿਲਾਰਿਆ। ਜਦੋਂ ਕੋਈ ਬੱਚਾ ਜਵਾਨ ਹੁੰਦਾ ਤਾਂ ਹਰੇਕ ਮਾਂ ਦੀ ਸਦਰ ਹੁੰਦੀ ਆ ਕਿ ਉਹ ਆਪਣੇ ਪੁੱਤਰ ਦਾ ਵਿਆਹ ਕਰੇਗੀ, ਉਸਦੇ ਘਰ ਨੂੰਹ ਰਾਣੀ ਆਏਗੀ। ਇਸੇ ਤਰ੍ਹਾਂ ਹੀ ਕਵੀ ਲਿਖਦਾ ਹੈ ਕਿ ਕੀ ਹੁੰਦਾ ਹੈ ਜਦੋਂ ਉਹ ਪੁੱਤਰ ਜਵਾਨ ਹੋ ਜਾਂਦਾ ਹੈ ਤਾਂ ਹੋਣੀ ਨੇ ਆ ਕੇ ਆਪਣਾ ਇੱਕ ਰੰਗ ਦਿਖਾ ਦਿੱਤਾ। ਹੋਣੀ ਨੇ ਕੀ ਰੰਗ ਦਿਖਾਇਆ ਪਿਆਰੇ ਵਿਦਿਆਰਥੀਓ, ਉਹ ਆਪਾਂ ਅਗਲੀਆਂ ਲਾਈਨਾਂ ਦੇ ਵਿੱਚ ਪੜ੍ਹਦੇ ਹਾਂ। ਤੁਰੇ ਤੁਰੇ ਜਾਂਦੇ ਨੂੰ ਖਲੋਤੀ ਇੱਕ ਸੁੰਦਰੀ ਨੇ, ਖਿੱਚ ਕੇ ਦੁਗਾੜਾ ਖੂਨੀ ਨੈਣਾ ਵਿੱਚੋਂ ਮਾਰਿਆ। ਕਾਲੇ ਕਾਲੇ ਬਾਲਾਂ ਦਿਆਂ ਕੁੰਡਲਾਂ ਤੇ ਬਲਾਂ ਵਿੱਚ, ਚੰਦ ਪੁੱਤ ਮਾਂ ਦਾ ਉਹ ਗਿਆ ਪਰਿਵਾਰਿਆ। ਬਿੱਟ ਬਿੱਟ ਵੇਂਦੇ ਉਹਨੂੰ ਉਸ ਨਾਰੀ ਪੁੱਛਿਆ ਏ, ਇੱਥੇ ਕਿਉਂ ਖਲੋ ਰਿਹਾ ਏ, ਏਦਾਂ ਤੂੰ ਵਿਚਾਰਿਆ। ਅੱਖੀਆਂ ਨੂੰ ਪੂੰਝਦੇ ਨੇ ਦਿੱਤਾ ਏ ਜਵਾਬ ਅੱਗੋਂ, ਤੇਰੀ ਮੋਹਣੀ ਮੂਰਤ ਉੱਤੇ ਮੈਂ ਹਾਂ ਗਿਆ ਵਾਰਿਆ। ਅੱਖੀਓਂ ਪਰੋਖੇ ਹੋਣਾ ਮੁਖ ਤੇਰਾ ਮੌਤ ਮੇਰੀ, ਸੋਮਾ ਹੈ ਇਹ ਜ਼ਿੰਦਗੀ ਦਾ ਦਰਸ ਤੇਰਾ ਧਾਰਿਆ। ਉਹ ਜਵਾਨ ਮੁੰਡਾ, ਉਹ ਜਵਾਨ ਪੁੱਤ ਉਸ ਸੁੰਦਰੀ ਨੂੰ, ਜਿਹੜੀ ਕਿ ਉਸ ਨੂੰ ਬਹੁਤ ਸੁੰਦਰ ਲੱਗਦੀ ਹੈ, ਉਸ ਨੂੰ ਬਹੁਤ ਸੋਹਣੀ ਲੱਗਦੀ ਹੈ, ਜਦੋਂ ਉਹ ਪੁੱਛਦੀ ਹੈ ਕਿ ਤੂੰ ਇੱਥੇ ਕਿਉਂ ਖੜਾ ਹੈ ਤਾਂ ਉਸ ਨੂੰ ਕਹਿੰਦਾ ਹੈ ਕਿ ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ, ਮੈਂ ਤੇਰੇ ਨਾਲ ਆਪਣਾ ਜੀਵਨ ਨਿਰਵਾਹ ਕਰਨਾ ਚਾਹੁੰਦਾ ਹਾਂ। ਕਵੀ ਲਿਖਦਾ ਹੈ ਕਿ ਜਵਾਨ ਹੋਣ ਮਗਰੋਂ ਉਸਦੇ ਪੁੱਤਰ ਦੇ ਗੋਰੇ ਮੂੰਹ ਉੱਪਰ ਕੱਕੇ ਰੰਗ ਦੀਆਂ ਮੁੱਛਾਂ ਫੁੱਟਣੀਆਂ ਸ਼ੁਰੂ ਹੋ ਗਈਆਂ ਅਤੇ ਜਵਾਨੀ ਨੇ ਉਸ ਨੂੰ ਫੁੱਲਾਂ ਵਾਂਗ ਸ਼ਿੰਗਾਰ ਦਿੱਤਾ। ਜਦੋਂ ਜਵਾਨ ਹੋ ਗਿਆ ਤਾਂ ਸਦਰਾਂ ਤੇ ਮਰਾਦਾਂ ਵਾਲੇ ਭਾਵ ਵਿਆਹ ਵਾਲੇ ਦਿਨ ਨੇੜੇ ਆਉਣ ਲੱਗੇ ਤਾਂ ਹੋਣੀ ਨੇ ਆਪਣਾ ਚੋਗਾ ਖਿਲਾਰ ਦਿੱਤਾ। ਇੱਕ ਦਿਨ ਉਹ ਨੌਜਵਾਨ ਰਾਹ ਵਿੱਚ ਤੁਰਿਆ ਜਾ ਰਿਹਾ ਸੀ। ਇੱਕ ਸੁੰਦਰੀ ਨੇ ਆਪਣੀਆਂ ਖੂਨੀ ਅੱਖਾਂ ਵਿੱਚੋਂ ਖਿੱਚ ਕੇ ਵਾਰ ਕੀਤਾ, ਜਿਸ ਨਾਲ ਮਾਂ ਦਾ ਚੰਨ ਵਰਗਾ ਪੁੱਤ ਕਾਲੀਆਂ ਜ਼ੁਲਫਾਂ ਦੇ ਕੁੰਡਲਾਂ ਤੇ ਬਲਾਂ ਵਿੱਚ ਘਿਰ ਗਿਆ। ਬਿੱਟ ਬਿੱਟ ਬਹਿੰਦੇ ਉਹਨੂੰ ਉਸ ਨਾਰੀ ਪੁੱਛਿਆ, ਇੱਥੇ ਕਿਉਂ ਖਲੋ ਰਿਹਾ ਏ, ਏਦਾਂ ਤੂੰ ਵਿਚਾਰਿਆ। ਅੱਖੀਆਂ ਨੂੰ ਪੂੰਝਦੇ ਨੇ ਦਿੱਤਾ ਏ ਜਵਾਬ ਅੱਗੋਂ, ਤੇਰੀ ਮੋਹਣੀ ਮੂਰਤ ਉੱਤੇ ਮੈਂ ਹਾਂ ਗਿਆ ਬਾਰਿਆ। ਅੱਖੀਓਂ ਪਰੋਖੇ ਹੋਣਾ ਮੁਖ ਤੇਰਾ ਮੌਤ ਮੇਰੀ, ਸੋਮਾ ਹੈ ਜ਼ਿੰਦਗੀ ਦਾ ਮੈਂ ਦਰਸ ਤੇਰਾ ਧਾਰਿਆ। ਕਵੀ ਕਹਿੰਦਾ ਹੈ ਕਿ ਸੁੰਦਰ ਮਟਿਆਰ ਨੇ ਗੌਰ ਨਾਲ ਦੇਖਦਿਆਂ ਉਸ ਨੌਜਵਾਨ ਨੂੰ ਪੁੱਛਿਆ ਕਿ ਉਹ ਇੱਥੇ ਇਸ ਪ੍ਰਕਾਰ ਕਿਉਂ ਖੜਾ ਹੈ ਤਾਂ ਨੌਜਵਾਨ ਨੇ ਆਪਣੀਆਂ ਅੱਖਾਂ ਵਿੱਚੋਂ ਅਥਰੂ ਸਾਫ਼ ਕਰਦੇ ਕਿਹਾ ਕਿ ਉਹ ਉਸ ਦੀ ਸੋਹਣੀ ਸੂਰਤ ਉੱਤੇ ਵਾਰਿਆ ਗਿਆ ਹੈ। ਜੇਕਰ ਹੁਣ ਉਹ ਖੂਬਸੂਰਤ ਮੁਖੜਾ ਮੇਰੀਆਂ ਅੱਖਾਂ ਤੋਂ ਦੂਰ ਹੋ ਜਾਵੇਗਾ ਤਾਂ ਮੇਰੀ ਮੌਤ ਹੋ ਜਾਵੇਗੀ। ਉਹ ਸੁੰਦਰੀ ਕੋਲ ਰਹਿਣਾ ਹੀ ਉਹ ਮਾਂ ਦਾ ਪੁੱਤਰ ਆਪਣੀ ਜ਼ਿੰਦਗੀ ਸਮਝਦਾ ਹੈ। ਬੋਲੀ ਮਟਿਆਰ ਅੱਗੋਂ ਪਿਆਰ ਦੇ ਪੁਜਾਰੀਆ ਵੇ, ਮੈਂ ਵੀ ਤੈਨੂੰ ਥੋੜਾ ਜਿਹਾ ਚਾਹਨੀ ਆ ਵੰਗਾਰਿਆ। ਕੱਢ ਕੇ ਲਿਆਵੇਂ ਜੇ ਤੂੰ ਦਿਲ ਮਾਂ ਆਪਣੀ ਦਾ, ਲਾਵਾਂ ਹੀ ਮੈਂ ਤੇਰੇ ਨਾਲ ਲੈ ਲਾਂਗੀ ਕੁਵਾਰਿਆ। ਉਹ ਸੁੰਦਰੀ ਉਸ ਨੌਜਵਾਨ ਨੂੰ ਕਹਿੰਦੀ ਹੈ ਕਿ ਜੇਕਰ
ਮੈਂ ਪਹਿਲਾਂ ਇੱਕ ਤੇਰੀ ਪ੍ਰੀਖਿਆ ਲਵਾਂ, ਜੇਕਰ ਤੂੰ ਉਸ ਵਿੱਚੋਂ ਪਾਸ ਹੋ ਜਾਵੇਂ ਉਸ ਤੋਂ ਬਾਅਦ ਮੈਂ ਤੇਰੇ ਨਾਲ ਵਿਆਹ ਕਰਵਾ ਲਵਾਂਗੀ। ਉਹ ਇੱਕ ਇਸ ਤਰ੍ਹਾਂ ਦੀ ਪ੍ਰੀਖਿਆ ਪਾਉਂਦੀ ਹੈ ਕਿ ਤੂੰ ਆਪਣੀ ਮਾਂ ਦਾ ਦਿਲ ਕੱਢ ਕੇ ਮੇਰੇ ਕੋਲ ਲੈ ਕੇ ਆ, ਉਸ ਤੋਂ ਬਾਅਦ ਮੈਂ ਤੇਰੇ ਨਾਲ ਵਿਆਹ ਕਰਵਾ ਲਵਾਂਗੀ। ਇੰਨੀ ਗੱਲ ਸੁਣੀ ਤੇ ਉਹ ਨੱਸਾ ਨੱਸਾ ਘਰ ਆਇਆ, ਆਣ ਸੁੱਤੀ ਮਾਂ ਦੇ ਕਲੇਜੇ ਛੁਰਾ ਮਾਰਿਆ। ਇੰਨੀ ਗੱਲ ਸੁਣ ਕੇ ਉਹ ਘਰ ਆਉਂਦਾ ਤੇ ਘਰ ਆ ਕੇ ਮਾਂ ਦੇ ਕਾਲਜੇ ਦੇ ਵਿੱਚ ਛੁਰਾ ਮਾਰਦਾ। ਸ਼ਗਨਾਂ ਦੀ ਮਹਿੰਦੀ ਜਿਹਨੇ ਹੱਥਾਂ ਉੱਤੇ ਲਾਉਣੀ ਸੀ, ਘੋੜੀਆਂ ਸੁਹਾਗ ਗਾ ਕੇ ਚੰਨਾ ਮਾਈਆ ਤਾਰਿਆ। ਜਿਹੜੀ ਮਾਂ ਨੇ ਘੋੜੀਆਂ ਤੇ ਹੋਰ ਗੀਤ ਆਪਣੇ ਪੁੱਤਰ ਦੇ ਵਿਆਹ ਵੇਲੇ ਗਾਉਣੇ ਸੀ, ਉਸ ਦੇ ਲਈ ਉਸ ਦਾ ਪੁੱਤਰ ਕੀ ਕਰਦਾ ਹੈ। ਅੱਜ ਉਹਦੀ ਰੱਤ ਵਿੱਚ ਹੱਥਾਂ ਨੂੰ ਹੰਗਾਲ ਕੇ ਤੇ ਵੇਖੋ ਖੂਨੀ ਪੁੱਤ ਨੇ ਪਿਆਰ ਕੀ ਨਿਤਾਰਿਆ। ਅੱਜ ਉਹਦੀ ਰੱਤ ਵਿੱਚ ਹੱਥਾਂ ਨੂੰ ਹੰਗਾਲ ਕੇ ਤੇ ਵੇਖੋ ਖੂਨੀ ਪੁੱਤ ਨੇ ਪਿਆਰ ਕੀ ਨਿਤਾਰਿਆ। ਅੱਜ ਇਸ ਪੁੱਤਰ ਨੇ ਕਿਸੇ ਹੋਰ ਸੁੰਦਰੀ ਲਈ ਆਪਣੀ ਮਾਂ ਦੇ ਖੂਨ ਦੇ ਵਿੱਚ ਆਪਣੇ ਹੱਥ ਰੰਗ ਲਏ ਨੇ। ਓੜਕ ਉਥੋਂ ਉੱਠ ਨੱਸਾ ਦਿਲ ਲੈ ਕੇ ਮਾਂ ਦਾ ਉਹਦੇ ਲਈ ਜਿਹਦੇ ਲਈ ਕਹਿਰ ਸੀ ਗੁਜ਼ਾਰਿਆ। ਜਿਹੜੀ ਮਾਂ ਨੇ ਉਹਦੇ ਲਈ ਕਿੰਨੇ ਦੁੱਖ ਜਰੇ ਸੀ, ਉਹ ਉਸ ਮਾਂ ਦਾ ਦਿਲ ਲੈ ਕੇ ਕਿਸੇ ਹੋਰ ਦੇ ਲਈ ਉਥੋਂ ਚੱਲ ਪੈਂਦਾ ਹੈ। ਉੱਚਾ ਨੀਵਾਂ ਰਾਹ ਵੀ ਨਾ ਸੋਚਿਆ ਵਿਚਾਰਿਆ। ਉਹ ਤੇਜ਼ੀ ਨਾਲ ਤੁਰਿਆ ਜਾ ਰਿਹਾ ਹੈ। ਰਸਤੇ ਦੇ ਵਿੱਚ ਰਸਤਾ ਕਿਤੋਂ ਉੱਚਾ ਹੈ ਕਿਤੋਂ ਨੀਵਾਂ ਹੈ, ਉਸ ਨੂੰ ਇੰਨਾ ਵੀ ਨਾ ਪਤਾ ਲੱਗਿਆ। ਠੇਡਾ ਲੱਗਾ ਡਿੱਗ ਪਿਆ ਮੂਧੜੇ ਮੂੰਹ ਜ਼ਮੀਨ ਉੱਤੇ। ਜਦੋਂ ਉਸ ਨੂੰ ਠੇਡਾ ਲੱਗਦਾ ਹੈ ਤਾਂ ਉਹ ਜ਼ਮੀਨ ਉੱਤੇ ਮੂਧੇ ਮੂੰਹ ਡਿੱਗ ਪੈਂਦਾ ਹੈ। ਉਸ ਵੇਲੇ ਮੁੱਠ ਵਿੱਚੋਂ ਦਿਲ ਇਹ ਪੁਕਾਰਿਆ, ਉਸ ਵੇਲੇ ਮੁੱਠ ਵਿੱਚੋਂ ਦਿਲ ਇਹ ਪੁਕਾਰਿਆ। ਉਸ ਵੇਲੇ ਵੀ ਮਾਂ ਦਾ ਦਿਲ ਬੱਚੇ ਨੂੰ ਕੀ ਪੁਕਾਰਦਾ ਹੈ। ਲੱਖ ਲੱਖ ਵਾਰੀ ਤੇ ਤੋਂ ਵਾਰੀ ਜਾਵੇ ਅੰਬੜੀਏ, ਸੱਟ ਤਾਂ ਨਹੀਂ ਲੱਗੀ ਮੇਰੇ ਬੱਚਿਆ ਪਿਆਰਿਆ। ਉਸ ਵੇਲੇ ਵੀ ਮਾਂ ਦਾ ਦਿਲ ਆਪਣੇ ਪੁੱਤ ਨੂੰ ਪੁੱਛਦਾ ਹੈ ਕਿ ਮੇਰੇ ਪੁੱਤਰਾ ਤੇਰੇ ਕਿਤੇ ਸੱਟ ਤਾਂ ਨਹੀਂ ਲੱਗੀ। ਸ਼ਰਫ ਜੀ ਇਹ ਹੌਸਲਾ ਏ ਮਾਂ ਦੇ ਪਿਆਰ ਦਾ ਹੀ, ਪੁੱਤ ਹੱਥੋਂ ਮਰ ਕੇ ਵੀ ਮੋਹ ਨਹੀਂ ਵਿਸਾਰਿਆ। ਸ਼ਰਫ ਜੀ ਨੇ ਕਿੰਨੀ ਵੱਡੀ ਗੱਲ ਕੀਤੀ ਹੈ ਇਸ ਕਵਿਤਾ ਦੇ ਵਿੱਚ ਕਿ ਮਾਂ ਦਾ ਉਹ ਕਲੇਜਾ ਕੱਢ ਕੇ ਵੀ ਲੈ ਜਾਂਦਾ ਹੈ, ਮਾਂ ਦਾ ਦਿਲ ਕੱਢ ਕੇ ਵੀ ਪੁੱਤ ਲੈ ਜਾਂਦਾ ਹੈ, ਫਿਰ ਵੀ ਮਾਂ ਦਾ ਦਿਲ ਆਪਣੇ ਪੁੱਤ ਲਈ ਇਹ ਪੁੱਛਦਾ ਹੈ ਕਿ ਪਿਆਰੇ ਪੁੱਤਰਾ ਤੇਰੇ ਸੱਟ ਤਾਂ ਨਹੀਂ ਲੱਗੀ। ਸੋ ਪਿਆਰੇ ਵਿਦਿਆਰਥੀਓ, ਇਹ ਹੁੰਦਾ ਹੈ ਮਾਂ ਦਾ ਦਿਲ, ਮਾਂ ਦਾ ਆਪਣੇ ਬੱਚੇ ਲਈ ਪਿਆਰ, ਮਾਂ ਦਾ ਆਪਣੇ ਬੱਚੇ ਲਈ ਮੋਹ। ਮਾਵਾਂ ਬੱਚੇ ਲਈ ਕਿੰਨਾ ਕੁਝ ਕਰਦੀਆਂ ਨੇ। ਸੋ ਬੇਸ਼ੱਕ ਬੱਚੇ ਉਹਨਾਂ ਨੂੰ ਉਹਨਾਂ ਮਾਣ ਸਤਿਕਾਰ ਭਾਵੇਂ ਨਾ ਦੇਣ, ਫਿਰ ਵੀ ਮਾਂ ਹਮੇਸ਼ਾ ਹੀ ਆਪਣੇ ਬੱਚੇ ਨੂੰ ਮਾਣ ਸਤਿਕਾਰ ਦੇਣ ਦੇ ਲਈ ਸਾਰੀ ਉਮਰ ਤਿਆਰ ਰਹਿੰਦੀ ਹੈ। ਇਸ ਕਵਿਤਾ ਦੇ ਵਿੱਚੋਂ ਸਾਨੂੰ ਪਤਾ ਲੱਗਦਾ ਹੈ ਕਿ ਮਾਂ ਦਾ ਦਿਲ ਆਪਣੇ ਬੱਚੇ ਲਈ ਕਿੰਨਾ ਵੱਡਾ ਹੁੰਦਾ ਹੈ। ਆਪਣੇ ਬੱਚੇ ਲਈ ਮਾਵਾਂ ਕੀ ਕੀ ਕਰਦੀਆਂ ਹਨ। ਸੋ ਬਹੁਤ ਸਾਰੇ ਗੀਤ ਇਸੇ ਕਰਕੇ ਹੀ ਮਾਵਾਂ ਦੇ ਲਈ ਸਾਡੇ ਕਲਾਕਾਰਾਂ ਨੇ, ਸਾਡੇ ਗੀਤਕਾਰਾਂ ਨੇ, ਸਾਡੇ ਗਾਇਕਾਂ ਨੇ ਲਿਖੇ ਨੇ। ਸੋ ਪਿਆਰੇ ਵਿਦਿਆਰਥੀਓ, ਆਪਾਂ ਇਸ ਕਵਿਤਾ ਤੋਂ ਬਹੁਤ ਵੱਡੀ ਸਿੱਖਿਆ ਵੀ ਲੈਣੀ ਹੈ ਕਿ ਜਿਹੜੀ ਮਾਂ ਸਾਡੇ ਲਈ ਸਾਨੂੰ ਜਨਮ ਦਿੰਦੀ ਹੈ, ਪਾਲਦੀ ਹੈ, ਸਾਨੂੰ ਤੁਰਨਾ ਸਿਖਾਉਂਦੀ ਹੈ, ਉਸ ਦੇ ਲਈ ਸਾਡੇ ਵੀ ਕੁਝ ਫਰਜ਼ ਬਣਦੇ ਹਨ, ਉਸ ਦੇ ਲਈ ਸਾਡੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ। ਸੋ ਪਿਆਰੇ ਵਿਦਿਆਰਥੀਓ, ਜੇ ਇਸ ਕਵਿਤਾ ਦਾ ਆਪਾਂ ਕੇਂਦਰੀ ਭਾਵ ਲਿਖਣਾ ਹੋਵੇ ਤਾਂ ਉਹ ਆਪਾਂ ਇਸ ਤਰ੍ਹਾਂ ਲਿਖਾਂਗੇ। ਮਾਂ ਰੱਬ ਅੱਗੇ ਸੁੱਖਾਂ ਸੁੱਖ ਕੇ ਪੁੱਤਰ ਨੂੰ ਪ੍ਰਾਪਤ ਕਰਦੀ ਹੈ ਅਤੇ ਦੁੱਖ ਸਹਿ ਕੇ ਪਾਲਦੀ ਹੈ, ਪਰ ਪੁੱਤਰ ਮਾਂ ਦੀ ਮਮਤਾ ਨੂੰ ਅਤੇ ਪਿਆਰ ਨੂੰ ਭੁੱਲ ਜਾਂਦੇ ਹਨ। ਮਾਂ ਆਪਣੇ ਪੁੱਤਰ ਹੱਥੋਂ ਮਰ ਕੇ ਵੀ ਆਪਣੀ ਮਮਤਾ ਨੂੰ ਨਹੀਂ ਛੱਡਦੀ ਅਤੇ ਉਸ ਦੀ ਸੁੱਖ ਮੰਗਦੀ ਹੈ। ਇਸ ਤਰ੍ਹਾਂ ਮਾਂ ਦੀ ਮਮਤਾ ਦੀ ਗਹਿਰਾਈ ਨੂੰ ਕੋਈ ਨਾਪ ਨਹੀਂ ਸਕਦਾ। ਪਿਆਰੇ ਵਿਦਿਆਰਥੀਓ, ਕੁਝ ਵਸਤੂਨਿਸ਼ਟ ਪ੍ਰਸ਼ਨ ਵੀ ਸਾਡੇ ਤੋਂ ਪੁੱਛੇ ਜਾ ਸਕਦੇ ਹਨ ਇਸ ਕਵਿਤਾ ਦੇ ਵਿੱਚੋਂ, ਆਪਾਂ ਉਹਨਾਂ ਦੀ ਵੀ ਗੱਲ ਕਰ ਲੈਂਦੇ ਹਾਂ। ਜਿਵੇਂ ਕਿ ਪ੍ਰਸ਼ਨ ਆ ਸਕਦਾ ਹੈ, ਸਾਨੂੰ ਕਵੀ ਅਨੁਸਾਰ ਕਿਸ ਚੀਜ਼ ਦੀ ਉਡਗਾਈ ਦਾ ਅੱਜ ਤੱਕ ਪਤਾ ਨਹੀਂ ਲੱਗਾ। ਮਾਂ ਦੇ ਦਿਲ ਦੀ ਇਹ ਉੱਤਰ ਹੋਵੇਗਾ। ਅਗਲਾ ਪ੍ਰਸ਼ਨ ਹੈ, ਸ਼ਰਫ ਅਨੁਸਾਰ ਮਾਂ ਦਾ ਦਿਲ ਕੀ ਹੈ? ਉੱਤਰ, ਮੁਹੱਬਤਾਂ ਦਾ ਸੋਮਾ। ਨੌਜਵਾਨ ਤੇ ਸੁੰਦਰੀ ਨੇ ਕਿਸ ਚੀਜ਼ ਦਾ ਵਾਰ ਕੀਤਾ? ਖੂਨੀ ਨੈਣਾ ਦਾ। ਸੁੰਦਰੀ ਨੇ ਨੌਜਵਾਨ ਤੋਂ ਕੀ ਮੰਗਿਆ? ਮਾਂ ਦਾ ਦਿਲ। ਪੁੱਤਰ ਨੇ ਮਾਂ ਦੇ ਕਲੇਜੇ ਵਿੱਚ ਕੀ ਮਾਰਿਆ? ਛੁਰਾ। ਮਾਂ ਨੇ ਮਰ ਕੇ ਵੀ ਕੀ ਨਾ ਛੱਡਿਆ? ਪੁੱਤਰ ਮੋਹ। ਸਾਡੀ ਪਾਠ ਪੁਸਤਕ ਦੇ ਵਿੱਚ ਕੁਝ ਸ਼ਬਦਾਂ ਦੇ ਅਰਥ ਵੀ ਦਿੱਤੇ ਗਏ ਹਨ। ਅਸੀਂ ਹੁਣ ਉਹਨਾਂ ਅਰਥਾਂ ਨੂੰ ਵੀ ਪੜਾਂਗੇ, ਕਿਉਂਕਿ ਜੇ ਸਾਨੂੰ ਸ਼ਬਦਾਂ ਦੇ ਅਰਥ ਪਤਾ ਹੋਣਗੇ ਤਾਂ ਅਸੀਂ ਵਧੀਆ ਢੰਗ ਨਾਲ ਪ੍ਰਸੰਗ ਲਿਖਣ ਤੋਂ ਬਾਅਦ ਵਧੀਆ ਵਿਆਖਿਆ ਕਰ ਸਕਦੇ ਹਾਂ। ਉਹ ਵਿਦਿਆਰਥੀ ਹੀ ਵਿਆਖਿਆ ਵਧੀਆ ਢੰਗ ਨਾਲ ਲਿਖ ਸਕਦਾ ਹੈ ਜਿਸ ਨੂੰ ਇਹਨਾਂ ਸ਼ਬਦਾਂ ਦੇ ਅਰਥ ਪਤਾ ਹੋਣਗੇ। ਸੋ ਬੇਸ਼ੱਕ ਇਹ ਸ਼ਬਦ, ਕੁਝ ਕੁ ਸ਼ਬਦ ਇੱਥੇ ਦਿੱਤੇ ਗਏ ਹਨ, ਇਹਨਾਂ ਤੋਂ ਬਿਨਾਂ ਕੁਝ ਹੋਰ ਸ਼ਬਦ ਵੀ ਜਿਨ੍ਹਾਂ ਬਾਰੇ ਅਸੀਂ ਕਵਿਤਾ ਦੇ ਵਿੱਚ ਪੜ੍ਹਿਆ ਹੈ, ਉਹ ਸ਼ਬਦ ਵੀ ਤੁਸੀਂ ਲਿਖ ਲੈਣੇ ਹਨ। ਉਹ ਤੁਸੀਂ ਆਪਣੇ ਅਧਿਆਪਕ ਸਹਿਬਾਨ ਤੋਂ ਵੀ ਪੁੱਛ ਸਕਦੇ ਹੋ ਉਹਨਾਂ ਸ਼ਬਦਾਂ ਦੇ ਅਰਥ। ਆਪਾਂ ਜੋ ਪਾਠ ਪੁਸਤਕ ਦੇ ਵਿੱਚ ਸ਼ਬਦਾਂ ਦੇ ਅਰਥ ਦਿੱਤੇ ਹਨ, ਹੁਣ ਆਪਾਂ ਉਹਨਾਂ ਨੂੰ ਪੜ੍ਹਦੇ ਹਾਂ।
ਸ਼ਬਦ ਹੈ ਅੰਗ ਦਾ, ਜਾਣ ਦਾ। ਭਾਵ ਜਦੋਂ ਕਵੀ ਲਿਖਦਾ ਹੈ ਕਿ ਥੋੜ੍ਹੀ ਬਹੁਤੀ ਅੰਗਰੇਜ਼ੀ ਵੀ ਅੰਗ ਦਾ ਹਾਂ, ਉੱਥੇ ਸ਼ਬਦ ਦੀ ਵਰਤੋਂ ਹੋਈ ਹੈ। ਨੱਥ, ਇਸ ਦਾ ਭਾਵ ਹੈ ਨੱਕ ਵਿੱਚ ਪਾਉਣ ਵਾਲਾ ਗਹਿਣਾ। ਅਗਲਾ ਸ਼ਬਦ ਹੈ ਉਮੰਗ, ਇਸ ਦਾ ਭਾਵ ਹੈ ਇੱਛਾ, ਚਾਅ। ਅਗਲਾ ਸ਼ਬਦ ਹੈ ਖੈਰ, ਦੁਆ। ਥਾ, ਤਲਾ, ਡੂੰਘਾਈ। ਸ਼ਾਇਰੀ, ਇਸ ਦਾ ਭਾਵ ਹੈ ਕਵਿਤਾ, ਕਵੀਸ਼ਰੀ, ਸ਼ਾਇਰੀ ਲਿਖਣੀ, ਕਵਿਤਾ ਲਿਖਣੀ ਜਾਂ ਕਵੀਸ਼ਰੀ ਲਿਖਣੀ। ਤਤੜੀ, ਬਦਕਿਸਮਤ ਔਰਤ। ਪੋਣਾ, ਲੱਗਣਾ, ਦੁੱਖ ਦੇਣਾ। ਚੀਣਾ, ਖਿਲਾਰਨਾ, ਝਗੜੇ ਫਸਾਦ ਦਾ ਮੁੱਢ ਬੰਨਣਾ, ਲੜਾਈ ਕਰਵਾਉਣੀ। ਦੁਗਾੜਾ, ਬੰਦੂਕ ਵਿੱਚ ਪਾਈਆਂ ਦੋ ਇਕੱਠੀਆਂ ਗੋਲੀਆਂ ਦੀ ਮਾਰ। ਪਰਵਾਰਿਆ, ਘੇਰਿਆ ਗਿਆ। ਪਰੋਖੇ, ਅੱਖੋਂ ਪਰੇ ਜੋ ਦਿਸੇ ਨਾ। ਕਹਿਰ, ਜ਼ੁਲਮ, ਵਿਪਤਾ। ਸੋ ਪਿਆਰੇ ਵਿਦਿਆਰਥੀਓ, ਅੱਜ ਅਸੀਂ ਫਿਰੋਜ਼ਦੀਨ ਸ਼ਰਫ ਜੀ ਦੀਆਂ ਦੋ ਰਚਨਾਵਾਂ ਪੜ੍ਹੀਆਂ ਨੇ। ਪਹਿਲੀ ਰਚਨਾ ਸੀ ਮੈਂ ਪੰਜਾਬੀ, ਜਿਸ ਦੇ ਵਿੱਚ ਫਿਰੋਜ਼ਦੀਨ ਸ਼ਰਫ ਜੀ ਨੇ ਆਪਣੀ ਪੰਜਾਬੀ ਮਾਂ ਬੋਲੀ ਪ੍ਰਤੀ ਆਪਣੇ ਪਿਆਰ ਦਾ ਪ੍ਰਗਟਾਵਾ ਕੀਤਾ ਹੈ। ਨਾਲ ਹੀ ਸਾਡੇ ਸਾਰਿਆਂ ਲਈ ਇੱਕ ਬਹੁਤ ਵੱਡੀ ਸਿੱਖਿਆ ਵੀ ਹੈ ਕਿ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਤੇ ਮਾਣ ਕਰਨਾ ਚਾਹੀਦਾ ਹੈ। ਸਾਨੂੰ ਆਪਣੀ ਮਾਂ ਬੋਲੀ ਬੜੇ ਮਾਣ ਨਾਲ ਬੋਲਣ ਦੀ ਲੋੜ ਹੈ। ਕਈ ਵਾਰ ਅਸੀਂ ਦੁਨੀਆ ਦੇ ਵਿੱਚ ਵਿਚਰਦੇ ਹਾਂ ਜਾਂ ਆਪਣੇ ਪ੍ਰਭਾਵ ਨੂੰ ਕੁਝ ਵੱਖਰੇ ਢੰਗ ਨਾਲ ਪੇਸ਼ ਕਰਨ ਦੇ ਯਤਨ ਦੇ ਵਿੱਚ ਆਪਣੀ ਮਾਂ ਬੋਲੀ ਨੂੰ ਛੱਡ ਕੇ ਕਿਸੇ ਹੋਰ ਬੋਲੀ ਦੇ ਵਿੱਚ ਬੋਲਦੇ ਹਾਂ। ਪਰ ਕਵੀ ਨੇ ਕਿਹਾ ਹੈ ਕਿ ਰਮਾ ਇੱਥੇ ਤੇ ਯੂਪੀ ਵਿੱਚ ਕਰਾਂ ਗੱਲਾਂ, ਐਸੀ ਅਕਲ ਨੂੰ ਮੈਂ ਛਿੱਕੇ ਤੇ ਟੰਗਦਾ ਹਾਂ। ਉਹ ਆਪਣੀ ਮਾਂ ਬੋਲੀ ਨੂੰ ਬਹੁਤ ਪਿਆਰ ਕਰਦੇ ਹਨ। ਜਿਹੜੀ ਮਾਂ ਬੋਲੀ ਦੇ ਵਿੱਚ, ਜਿਹੜੀ ਬੋਲੀ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਨੇ, ਸਾਡੇ ਪੀਰਾਂ ਨੇ, ਸਾਡੇ ਫਕੀਰਾਂ ਨੇ ਇੰਨਾ ਸਾਹਿਤ ਰਚਿਆ ਹੋਵੇ, ਇੰਨਾ ਮੁੱਲਵਾਨ ਤੇ ਇੰਨਾ ਮਹਾਨ ਸਾਹਿਤ ਰਚਿਆ ਹੋਵੇ, ਉਹ ਬੋਲੀ ਸੱਚਮੁੱਚ ਹੀ ਮਹਾਨ ਹੈ। ਕਵੀ ਚਾਹੁੰਦਾ ਹੈ ਕਿ ਉਸਦੀ ਮਾਂ ਬੋਲੀ ਪੰਜਾਬੀ ਨੂੰ ਸਾਰੀ ਦੁਨੀਆ ਦੇ ਵਿੱਚ ਪੂਰਾ ਮਾਣ ਮਿਲੇ। ਅੱਜ ਤੋਂ ਬਹੁਤ ਸਾਲ ਪਹਿਲਾਂ ਉਹਨਾਂ ਵੱਲੋਂ ਇਹ ਕਵਿਤਾ ਲਿਖੀ ਗਈ ਸੀ। ਸ਼ਾਇਦ ਉਹਨਾਂ ਦੀਆਂ ਅਜਿਹੀਆਂ ਲਿਖੀਆਂ ਰਚਨਾਵਾਂ ਕਰਕੇ ਹੀ ਅੱਜ ਸਾਡੀ ਮਾਂ ਬੋਲੀ ਨੂੰ ਮਾਣ ਸਤਿਕਾਰ ਜੋ ਮਿਲ ਰਿਹਾ ਹੈ। ਅੱਜ ਅਸੀਂ ਜਾਣਦੇ ਹਾਂ ਕਿ ਸਾਡੇ ਪੰਜਾਬ ਦੀ ਰਾਜ ਭਾਸ਼ਾ ਵੀ ਪੰਜਾਬੀ ਹੈ। ਸੋ ਇਸ ਤਰ੍ਹਾਂ ਪਿਆਰੇ ਵਿਦਿਆਰਥੀਓ, ਸਾਨੂੰ ਵੀ ਹਮੇਸ਼ਾ ਆਪਣੀ ਮਾਂ ਬੋਲੀ ਪ੍ਰਤੀ, ਮਾਂ ਬੋਲੀ ਦਾ ਸਿਰ, ਮਾਂ ਬੋਲੀ ਨੂੰ ਹੋਰ ਮਾਣ ਦਿਵਾਉਣ ਲਈ ਹਮੇਸ਼ਾ ਹੀ ਤਤਪਰ ਰਹਿਣਾ ਚਾਹੀਦਾ ਹੈ। ਦੂਸਰੀ ਰਚਨਾ ਆਪਾਂ ਉਹਨਾਂ ਦੀ ਅੱਜ ਸਿੱਖੀ ਹੈ ਮਾਂ ਦਾ ਦਿਲ, ਜਿਸ ਦੇ ਵਿੱਚ ਉਹਨਾਂ ਨੇ ਬਹੁਤ ਹੀ ਖੂਬਸੂਰਤ ਇੱਕ ਕਹਾਣੀ ਵੀ ਵਿੱਚ ਇਸ ਕਵਿਤਾ ਦੇ ਸਿਰਜੀ ਹੈ। ਜਿਸ ਤਰ੍ਹਾਂ ਇੱਕ ਪੁੱਤਰ ਹੁੰਦਾ ਹੈ, ਉਸ ਪੁੱਤ ਨੂੰ ਮਾਂ ਬੜੇ ਚਾਵਾਂ ਨਾਲ, ਲਾਡਾਂ ਨਾਲ ਪਾਲਦੀ ਹੈ, ਵੱਡਾ ਕਰਦੀ ਹੈ। ਪਰ ਜਦੋਂ ਉਹ ਜਵਾਨੀ ਦੀ ਦਹਲੀਜ਼ ਤੇ ਪੈਰ ਧਰਦਾ ਹੈ ਤਾਂ ਉਹ ਕਿਸੇ ਹੋਰ ਦੀ ਖਾਤਰ ਆਪਣੀ ਮਾਂ ਨੂੰ ਭੁੱਲ ਜਾਂਦਾ ਹੈ ਤੇ ਕਿਸੇ ਹੋਰ ਦੇ ਕਹਿਣ ਤੇ ਮਾਂ ਦਾ ਦਿਲ ਵੀ ਛੁਰਾ ਮਾਰ ਕੇ ਕੱਢ ਕੇ ਲੈ ਜਾਂਦਾ ਹੈ। ਤੇ ਅਖੀਰ ਵਿੱਚ ਜਦੋਂ ਰਸਤੇ ਵਿੱਚ ਜਾਂਦੇ ਆ, ਉਸ ਨੂੰ ਠੇਡਾ ਲੱਗਦਾ ਹੈ, ਉਹ ਡਿੱਗ ਪੈਂਦਾ ਹੈ, ਤਾਂ ਮਾਂ ਦਾ ਉਹ ਦਿਲ ਫਿਰ ਵੀ ਉਸ ਪੁੱਤ ਨੂੰ ਪੁੱਛਦਾ ਹੈ ਕਿ ਪੁੱਤਰਾ ਤੇਰੇ ਸੱਟ ਤਾਂ ਨਹੀਂ ਲੱਗੀ। ਸੋ ਕਿੰਨੀਆਂ ਮਹਾਨ ਰਚਨਾਵਾਂ ਜਿਹੜੀਆਂ ਫਿਰੋਜ਼ਦੀਨ ਸ਼ਰਫ ਜੀ ਨੇ ਲਿਖੀਆਂ ਨੇ। ਪਿਆਰੇ ਵਿਦਿਆਰਥੀਓ, ਇਹ ਸਾਹਿਤ ਦਾ ਨਵੇਕਲਾ ਅੰਗ ਹੈ, ਸਾਹਿਤ ਦਾ ਬਹੁਤ ਸੋਹਣਾ ਰੰਗ ਹੈ ਇਹ ਰਚਨਾਵਾਂ। ਸਾਹਿਤ ਉਹ ਚੀਜ਼ ਹੁੰਦੀ ਹੈ ਜਿਹੜੀ ਸਾਡੀ ਜ਼ਿੰਦਗੀ ਨੂੰ ਬਦਲਣ ਦੀ ਸਮਰੱਥਾ ਰੱਖਦੀ ਹੈ। ਸਾਹਿਤ ਸਾਡੀ ਜ਼ਿੰਦਗੀ ਨੂੰ ਨਵੇਂ ਰੰਗ ਬਖਸ਼ਦਾ ਹੈ। ਸਾਹਿਤ ਸਾਡੀ ਜ਼ਿੰਦਗੀ ਨੂੰ ਨਵੀਂ ਤੋਰ ਦਿੰਦਾ ਹੈ। ਸੋ ਇਸ ਤਰ੍ਹਾਂ ਦੀਆਂ ਰਚਨਾਵਾਂ ਸਾਡੀ ਜ਼ਿੰਦਗੀ ਨੂੰ ਇੱਕ ਨਵਾਂ ਰੂਪ ਦਿੰਦੀਆਂ ਹਨ, ਸਾਨੂੰ ਨਵੀਂ ਸੋਚ ਦਿੰਦੀਆਂ ਹਨ, ਸਾਨੂੰ ਨਵੇਂ ਖਿਆਲ, ਨਵੇਂ ਸੁਪਨੇ, ਨਵਾਂ ਅੰਦਾਜ਼, ਨਵਾਂ ਢੰਗ ਦਿੰਦੀਆਂ ਹਨ। ਸੋ ਜਿੱਥੇ ਅਸੀਂ ਇਹਨਾਂ ਕਵਿਤਾਵਾਂ ਨੂੰ ਪੜ੍ਹਦੇ ਹੋਏ ਕਵਿਤਾਵਾਂ ਦਾ ਆਨੰਦ ਮਾਣਦੇ ਹਾਂ, ਇਹਨਾਂ ਦਾ ਆਨੰਦ ਮਾਣਦੇ ਅਸੀਂ ਬਹੁਤ ਕੁਝ ਨਵਾਂ ਸਿੱਖਦੇ ਹਾਂ। ਸਾਡੇ ਖਿਆਲ ਬਦਲ ਜਾਂਦੇ ਹਨ, ਸਾਡਾ ਜੀਵਨ ਬਦਲ ਜਾਂਦਾ ਹੈ। ਸੋ ਆਪਾਂ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਵੀ ਸਾਡੀ ਲਾਇਬ੍ਰੇਰੀ ਵਿੱਚੋਂ ਲੈ ਕੇ ਪੜ੍ਹ ਸਕਦੇ ਹਾਂ, ਜਿਹੜੀਆਂ ਸਾਡੇ ਜੀਵਨ ਨੂੰ ਬਦਲਦੀਆਂ ਨੇ, ਜਿਹੜੀਆਂ ਸਾਨੂੰ ਚੰਗਾ ਸੋਚਣ ਲਾਉਂਦੀਆਂ ਨੇ। ਸੋ ਪਿਆਰੇ ਵਿਦਿਆਰਥੀਓ, ਪ੍ਰਸੰਗ ਵਿਆਖਿਆ ਦੇ ਨਾਲ ਅੱਜ ਆਪਾਂ ਕੇਂਦਰੀ ਭਾਵ ਤੇ ਵਸਤੂਨਿਸ਼ਟ ਪ੍ਰਸ਼ਨ ਵੀ ਸਿੱਖੇ ਨੇ। ਤੁਸੀਂ ਜ਼ਰੂਰੀ ਗੱਲਾਂ ਨੂੰ ਕਾਪੀ ਤੇ ਨੋਟ ਕਰ ਲੈਣਾ, ਕਿਉਂਕਿ ਲਿਖਿਆ ਹੋਇਆ ਸਾਨੂੰ ਹਮੇਸ਼ਾ ਯਾਦ ਰਹਿੰਦਾ ਹੈ। ਸੋ ਅੱਜ ਦੇ ਪਾਠ ਵਿੱਚ ਇੰਨਾ ਹੀ। ਮਿਲਾਂਗੇ ਆਪਾਂ ਫਿਰ ਅਗਲੇ ਕਿਸੇ ਹੋਰ ਪਾਠ ਦੇ ਵਿੱਚ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।